ਸਤਿ ਸ੍ਰੀ ਅਕਾਲ ਦੋਸਤੋ, ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਅੱਜ ਦੀ ਕਲਾਸ ਵਿੱਚ। ਤਾਂ ਅੱਜ ਆਪਾਂ ਇੰਡੀਆ ਜੀਕੇ ਨਾਲ ਸੰਬੰਧਿਤ ਮਹੱਤਵਪੂਰਨ ਐਮਸੀਕਿਊ ਕਰਾਂਗੇ। ਤਾਂ ਇਹਦਾ ਪਾਰਟ ਨੰਬਰ 10 ਲੈ ਕੇ ਹਾਜ਼ਰ ਹੋਏ ਹਾਂ ਜੀ। ਤਾਂ ਅੱਜ ਦਾ ਆਪਣਾ ਟੌਪਿਕ ਹੋ ਗਿਆ ਜੀ ਮਿੱਟੀ ਨਾਲ ਰਿਲੇਟਡ ਜਿੰਨੇ ਵੀ ਐਮਸੀਕਿਊ ਬਣਦੇ ਆ ਅੱਜ ਆਪਾਂ ਸਾਰੇ ਕਵਰ ਕਰਾਂਗੇ ਜੀ। ਤਾਂ ਜਿੰਨੇ ਵੀ ਭਰਤੀਆਂ ਹੋਈਆਂ ਹਨ ਜਾਂ ਪੇਪਰ ਹੋਏ ਹਨ ਉਹਨਾਂ ਵਿੱਚ ਮਿੱਟੀ ਨਾਲ ਸੰਬੰਧਿਤ ਇੱਕ ਜਾਂ ਦੋ ਐਮਸੀਕਿਊ ਜ਼ਰੂਰ ਪੁੱਛੇ ਜਾਂਦੇ ਹਨ ਜੀ। ਤਾਂ ਸਾਰਿਆਂ ਨੇ ਧਿਆਨ ਨਾਲ ਸੁਣਿਆ ਜੀ। ਤਾਂ ਹੋ ਸਕੇ ਤਾਂ ਨੋਟਬੁੱਕ 'ਤੇ ਨੋਟ ਜ਼ਰੂਰ ਕਰ ਲਿਓ ਜੀ। ਤਾਂ ਸ਼ੁਰੂ ਕਰਦੇ ਹਾਂ। ਕੁਐਸਚਨ ਨੰਬਰ 1 ਹੈ ਜੀ, ਮਿੱਟੀ ਦੇ ਅਧਿਐਨ ਨੂੰ ਕੀ ਕਿਹਾ ਜਾਂਦਾ ਹੈ? ਤਾਂ ਬਹੁਤ ਇੰਪੋਰਟੈਂਟ ਕੁਐਸਚਨ ਹੈ ਜੀ। ਤਾਂ ਸਾਰਿਆਂ ਨੇ ਧਿਆਨ ਨਾਲ ਯਾਦ ਕਰਨਾ ਜੀ। ਤਾਂ ਮਿੱਟੀ ਦਾ ਜੋ ਅਧਿਐਨ ਹੈ ਇਸ ਨੂੰ ਕੀ ਕਹਿੰਦੇ ਹਨ ਜੀ? ਤਾਂ ਇਹਦਾ ਰਾਈਟ ਆਨਸਰ ਹੋ ਜਾਏਗਾ ਜੀ ਬੀ, ਪੈਡਾਲੋਗੀ। ਯਾਦ ਰੱਖਣਾ ਜੀ ਤੁਸੀਂ, ਮਿੱਟੀ ਦੇ ਅਧਿਐਨ ਨੂੰ ਪੈਡਾਲੋਗੀ ਕਹਿੰਦੇ ਹਨ। ਤਾਂ ਨੈਕਸਟ ਹੈ ਜੀ ਆਪਣਾ ਅੱਗੇ, ਭਾਰਤ ਦੇ ਸਭ ਤੋਂ ਵੱਧ ਖੇਤਰ ਵਿੱਚ ਕਿਹੜੀ ਮਿੱਟੀ ਪਾਈ ਜਾਂਦੀ ਹੈ? ਤਾਂ ਇਹ ਵੀ ਤੁਸੀਂ ਯਾਦ ਰੱਖਣਾ ਜੀ। ਜੋ ਭਾਰਤ ਆ ਇੰਡੀਆ ਦੇ ਵਿੱਚ ਸਭ ਤੋਂ ਵੱਧ ਖੇਤਰ ਵਿੱਚ ਕਿਹੜੀ ਮਿੱਟੀ ਪਾਈ ਜਾਂਦੀ ਹੈ? ਤਾਂ ਇਸ ਦਾ ਰਾਈਟ ਆਨਸਰ ਹੋ ਜਾਏਗਾ ਜੀ ਇਹ ਹੋ ਜਾਏਗਾ ਜੀ ਜਲੋੜ ਮਿੱਟੀ। ਯਾਦ ਰੱਖਣਾ ਜੀ, ਜਲੋੜ ਮਿੱਟੀ ਹੈ ਜੋ ਸਭ ਤੋਂ ਵੱਧ ਪਾਈ ਜਾਂਦੀ ਹੈ ਜੀ ਭਾਰਤ ਦੇ ਵੱਧ ਖੇਤਰ ਵਿੱਚ। ਤਾਂ ਅੱਗੇ ਨੈਕਸਟ ਹੈ ਜੀ, ਮਿੱਟੀ ਦੀ ਕਿਹੜੀ ਵਿਸ਼ੇਸ਼ਤਾ ਮਹੱਤਵਪੂਰਨ ਹੈ? ਤਾਂ ਇਸ ਦਾ ਰਾਈਟ ਆਨਸਰ ਕੀ ਹੋਵੇਗਾ ਜੀ? ਮਿੱਟੀ ਦੀ ਕਿਹੜੀ ਵਿਸ਼ੇਸ਼ਤਾ ਜੋ ਮਹੱਤਵਪੂਰਨ ਹੈ? ਤਾਂ ਇਸ ਦਾ ਰਾਈਟ ਆਨਸਰ ਹੋਵੇਗਾ ਜੋ ਬਣਾਵਟ ਅਤੇ ਪਾਣੀ ਧਾਰਨ ਦੀ ਸਮਰੱਥਾ। ਇਹ ਦੋਨੋਂ ਹੀ ਹੋ ਜਾਣਗੇ ਜੀ ਇਸਦਾ ਰਾਈਟ ਆਨਸਰ। ਤਾਂ ਇਸਦਾ ਰਾਈਟ ਆਨਸਰ ਸੀ ਹੋ ਜਾਏਗਾ ਇਹ ਦੋਨੋਂ। ਤਾਂ ਅੱਗੇ ਨੈਕਸਟ ਹੈ ਜੀ, ਮਿੱਟੀ ਦੀ ਬਣਤਰ ਨੂੰ ਕਿਹੜਾ ਕਾਰਕ ਪ੍ਰਭਾਵਿਤ ਕਰਦਾ ਹੈ? ਤਾਂ ਬਹੁਤ ਇੰਪੋਰਟੈਂਟ ਕੁਐਸਚਨ ਹੈ ਜੀ ਇਹ ਵੀ। ਮਿੱਟੀ ਦੀ ਜੋ ਬਣਾਵਟ ਹੈ, ਬਣਤਰ ਹੈ, ਇਸ ਨੂੰ ਕਿਹੜਾ ਕਾਰਕ ਪ੍ਰਭਾਵਿਤ ਕਰਦਾ ਹੈ? ਤਾਂ ਇਸਦਾ ਰਾਈਟ ਆਨਸਰ ਹੋ ਜਾਏਗਾ ਜੀ ਡੀ, ਸਾਰੇ ਹੀ ਹੋ ਜਾਣਗੇ ਜੀ ਇਹ। ਜਲਵਾਯੂ, ਬਨਸਪਤੀ ਜਾਂ ਮੂਲ ਚਟਾਨ, ਇਹ ਸਾਰੇ ਹੀ ਇਹਨੂੰ ਪ੍ਰਭਾਵਿਤ ਕਰਦੇ ਜੀ ਇਹਦੀ ਬਣਤਰ ਨੂੰ। ਤਾਂ ਫਿਰ ਤਿਆਰ ਹੁੰਦੀ ਹੈ ਜੀ ਇਹਨਾਂ ਨੂੰ ਮਿਲ ਕੇ। ਤਾਂ ਅੱਗੇ ਨੈਕਸਟ ਹੈ ਜੀ, ਭਾਰਤੀ ਖੇਤੀਬਾੜੀ ਅਨੁਸੰਧਾਨ ਪ੍ਰਸਿੱਧ ਅਨੁਸਾਰ ਭਾਰਤ ਵਿੱਚ ਕਿੰਨੇ ਪ੍ਰਕਾਰ ਦੀ ਮਿੱਟੀ ਪਾਈ ਜਾਂਦੀ ਹੈ? ਤਾਂ ਇਹ ਵੀ ਬਹੁਤ ਇੰਪੋਰਟੈਂਟ ਕੁਐਸਚਨ ਹੈ ਜੀ, ਪੁੱਛਿਆ ਗਿਆ ਜੀ ਇੱਕ ਦੋ ਵਾਰ। ਤਾਂ ਭਾਰਤੀ ਖੇਤੀਬਾੜੀ ਅਨੁਸੰਧਾਨ ਪ੍ਰਸਿੱਧ ਅਨੁਸਾਰ ਭਾਰਤ ਵਿੱਚ ਕਿੰਨੇ ਪ੍ਰਕਾਰ ਦੀ ਮਿੱਟੀ ਪਾਈ ਜਾਂਦੀ ਹੈ? ਤਾਂ ਇਸਦਾ ਰਾਈਟ ਆਨਸਰ ਹੋ ਜਾਏਗਾ ਜੀ ਡੀ ਹੋ ਜਾਏਗਾ ਜੀ 8 ਪ੍ਰਕਾਰ ਦੀ ਮਿੱਟੀ। ਤੁਸੀਂ ਯਾਦ ਰੱਖਣਾ ਜੀ 8 ਪ੍ਰਕਾਰ ਦੀ ਮਿੱਟੀ ਹੈ ਜੋ ਭਾਰਤ ਵਿੱਚ ਪਾਈ ਜਾਂਦੀ ਹੈ। ਤਾਂ ਅੱਗੇ ਨੈਕਸਟ ਕਰਾਂਗੇ, ਗ੍ਰੇਨਾਈਟ ਅਤੇ ਨਾਈਸਟਾਨਾ ਤੋਂ ਕਿਸ ਪ੍ਰਕਾਰ ਦੀ ਮਿੱਟੀ ਦਾ ਨਿਰਮਾਣ ਹੁੰਦਾ ਹੈ? ਤਾਂ ਇਹਦਾ ਰਾਈਟ ਆਨਸਰ ਹੋਵੇਗਾ ਜੀ ਜੋ ਗ੍ਰੇਨਾਈਟ ਅਤੇ ਨਾਈਸਟਾਨਾ ਜੀ ਇਹਨਾਂ ਨੂੰ ਮਿਲ ਕੇ ਕਿਹੜੀ ਮਿੱਟੀ ਦਾ ਨਿਰਮਾਣ ਹੁੰਦਾ ਜੀ? ਤਾਂ ਇਸਦਾ ਰਾਈਟ ਆਨਸਰ ਏ ਹੋ ਜਾਏਗਾ ਜੀ ਲਾਲ ਮਿੱਟੀ ਦਾ ਨਿਰਮਾਣ ਹੁੰਦਾ ਜੀ। ਤੁਸੀਂ ਯਾਦ ਰੱਖਣਾ ਲਾਲ ਮਿੱਟੀ ਇਸਦਾ ਰਾਈਟ ਆਨਸਰ ਹੋ ਜਾਏਗਾ। ਤਾਂ ਅੱਗੇ ਨੈਕਸਟ ਹੈ, ਹੇਠ ਲਿਖਿਆਂ ਵਿੱਚੋਂ ਕਿਸ ਮਿੱਟੀ ਲਈ ਘੱਟ ਖਾਦਾਂ ਦੀ ਜ਼ਰੂਰਤ ਪੈਂਦੀ ਹੈ? ਤਾਂ ਇਸਦਾ ਰਾਈਟ ਆਨਸਰ ਹੋਵੇਗਾ ਜੀ ਜੋ ਜਲੋੜ ਮਿੱਟੀ ਹੁੰਦੀ ਹੈ ਜੀ, ਇਸ ਨੂੰ ਘੱਟ ਖਾਦਾਂ ਦੀ ਜ਼ਰੂਰਤ ਪੈਂਦੀ ਹੈ ਜੀ। ਤਾਂ ਇਸਦਾ ਰਾਈਟ ਆਨਸਰ ਹੋ ਜਾਏਗਾ ਸੀ ਜੀ ਜਲੋੜ ਮਿੱਟੀ। ਤਾਂ ਅੱਗੇ ਨੈਕਸਟ ਕਰਾਂਗੇ, ਜਵਾਲਾਮੁਖੀ ਦੇ ਲਾਵਾ ਨਾਲ ਕਿਸ ਮਿੱਟੀ ਦਾ ਨਿਰਮਾਣ ਹੁੰਦਾ ਹੈ? ਤਾਂ ਜੋ ਜਵਾਲਾਮੁਖੀ ਹੁੰਦੀ ਹੈ ਜੀ, ਇਸ ਦਾ ਜੋ ਲਾਵਾ ਹੁੰਦਾ ਹੈ ਇਸ ਨਾਲ ਕਿਸ ਮਿੱਟੀ ਦਾ ਨਿਰਮਾਣ ਹੁੰਦਾ ਜੀ? ਤਾਂ ਇਸਦਾ ਰਾਈਟ ਆਨਸਰ ਹੋ ਜਾਏਗਾ ਜੀ ਬੀ, ਕਾਲੀ ਮਿੱਟੀ। ਤੁਸੀਂ ਯਾਦ ਰੱਖਣਾ ਜੀ ਕਾਲੀ ਮਿੱਟੀ ਬਣਦੀ ਹੈ ਜੀ, ਉਸ ਦਾ ਨਿਰਮਾਣ ਹੁੰਦਾ ਹੈ। ਤਾਂ ਨੈਕਸਟ ਹੈ ਜੀ ਆਪਣਾ, ਹੇਠ ਲਿਖਿਆਂ ਵਿੱਚੋਂ ਕਿਸ ਪ੍ਰਕਾਰ ਦੀ ਮਿੱਟੀ ਵਿੱਚ ਕਾਸ਼ਤ ਕਰਨੀ ਔਖੀ ਹੈ? ਤਾਂ ਇਸਦਾ ਰਾਈਟ ਆਨਸਰ ਹੋਵੇਗਾ ਜੀ ਡੀ ਹੋ ਜਾਏਗਾ ਜੀ ਜੋ ਰੇਤਲੀ ਮਿੱਟੀ ਹੁੰਦੀ ਹੈ ਜੀ। ਆਪਾਂ ਨੂੰ ਪਤਾ ਸਾਰਿਆਂ ਨੂੰ, ਇਸ ਵਿੱਚ ਜੋ ਕਿਸੇ ਵੀ ਫਸਲ ਦੀ ਕਾਸ਼ਤ ਕਰਨੀ ਹੈ ਜੋ ਔਖੀ ਹੁੰਦੀ ਹੈ ਜੀ। ਤਾਂ ਇਸਦਾ ਰਾਈਟ ਆਨਸਰ ਹੋਵੇਗਾ ਡੀ ਜੀ ਰੇਤਲੀ ਮਿੱਟੀ। ਤਾਂ ਅੱਗੇ ਨੈਕਸਟ ਕਰਦੇ ਹਾਂ ਜੀ, ਤੇਜ਼ਾਬੀ ਮਿੱਟੀ ਦਾ ਦੂਸਰਾ ਨਾਮ ਕੀ ਹੈ? ਤਾਂ ਇਸਦਾ ਰਾਈਟ ਆਨਸਰ ਹੋਵੇਗਾ ਜੀ ਤੇਜ਼ਾਬੀ ਮਿੱਟੀ ਹੈ, ਇਸ ਦਾ ਦੂਸਰਾ ਨਾਮ ਕੀ ਹੈ ਜੀ? ਤਾਂ ਰਾਈਟ ਆਨਸਰ ਡੀ ਹੋ ਜਾਏਗਾ ਜੀ ਕਲਰ ਮਿੱਟੀ। ਤਾਂ ਅੱਗੇ ਨੈਕਸਟ ਹੈ ਜੀ, ਭਾਰਤ ਵਿੱਚ ਲਾਲ ਮਿੱਟੀ ਸਭ ਤੋਂ ਵੱਧ ਕਿਹੜੇ ਰਾਜ ਵਿੱਚ ਪਾਈ ਜਾਂਦੀ ਹੈ? ਬਹੁਤ ਇੰਪੋਰਟੈਂਟ ਕੁਐਸਚਨ ਹੈ ਜੀ ਵੀ। ਤਾਂ ਭਾਰਤ ਵਿੱਚ ਜੋ ਲਾਲ ਮਿੱਟੀ ਹੈ ਸਭ ਤੋਂ ਵੱਧ ਕਿਹੜੇ ਰਾਜ ਵਿੱਚ ਪਾਈ ਜਾਂਦੀ ਹੈ ਜੀ? ਤਾਂ ਇਸ ਦਾ ਰਾਈਟ ਆਨਸਰ ਹੋ ਜਾਏਗਾ ਜੀ ਬੀ, ਆਂਧਰਾ ਪ੍ਰਦੇਸ਼ ਅਤੇ ਤਾਮਿਲਨਾਡੂ। ਇਹ ਵੀ ਪੁੱਛਿਆ ਗਿਆ ਕੁਐਸਚਨ ਹੈ ਜੀ। ਤਾਂ ਤੁਸੀਂ ਯਾਦ ਰੱਖਣਾ ਜੀ ਆਂਧਰਾ ਪ੍ਰਦੇਸ਼ ਅਤੇ ਤਾਮਿਲਨਾਡੂ ਹੋ ਜਾਏਗਾ ਜੀ ਜੋ ਭਾਰਤ ਵਿੱਚ ਲਾਲ ਮਿੱਟੀ ਸਭ ਤੋਂ ਵੱਧ ਪਾਈ ਜਾਂਦੀ ਹੈ ਜੀ ਦੋ ਸਟੇਟਾਂ ਵਿੱਚ। ਤਾਂ ਅੱਗੇ ਨੈਕਸਟ ਹੈ ਜੀ, ਚਾਵਲ ਦੀ ਖੇਤੀ ਲਈ ਕਿਹੜੀ ਮਿੱਟੀ ਲਾਹੇਵੰਦ ਹੈ? ਤਾਂ ਇਹ ਵੀ ਬਹੁਤ ਇੰਪੋਰਟੈਂਟ ਕੁਐਸਚਨ ਹੈ ਜੀ, ਚਾਵਲ ਦੀ ਖੇਤੀ ਲਈ ਕਿਹੜੀ ਮਿੱਟੀ ਲਾਹੇਵੰਦ ਹੈ ਜੀ? ਤਾਂ ਇਸ ਦਾ ਰਾਈਟ ਆਨਸਰ ਹੋ ਜਾਏਗਾ ਜੀ ਇਹ ਹੋ ਜਾਏਗਾ ਜਲੋੜ ਮਿੱਟੀ। ਤਾਂ ਤੁਸੀਂ ਯਾਦ ਰੱਖਣਾ ਹੈ ਜਲੋੜ ਮਿੱਟੀ ਹੈ ਜੋ ਚਾਵਲ ਦੀ ਖੇਤੀ ਲਈ ਬਹੁਤ ਜ਼ਿਆਦਾ ਲਾਹੇਵੰਦ ਹੁੰਦੀ ਹੈ। ਤਾਂ ਅੱਗੇ ਨੈਕਸਟ ਕਰਦੇ ਹਾਂ, ਕਿਸ ਪ੍ਰਕਾਰ ਦੀ ਮਿੱਟੀ ਵਿੱਚ ਕਾਰਬਨਿਕ ਪਦਾਰਥ ਪਾਏ ਜਾਂਦੇ ਹਨ? ਤਾਂ ਇਸ ਦਾ ਰਾਈਟ ਆਨਸਰ ਹੋ ਜਾਏਗਾ ਜੀ ਇਹ ਹੋ ਜਾਏਗਾ ਜੀ ਕਾਲੀ ਮਿੱਟੀ ਹੁੰਦੀ ਹੈ ਜੋ, ਇਸ ਮਿੱਟੀ ਵਿੱਚ ਬਹੁਤ ਜ਼ਿਆਦਾ ਕਾਰਬਨਿਕ ਪਦਾਰਥ ਪਾਏ ਜਾਂਦੇ ਹਨ। ਤਾਂ ਇਹ ਵੀ ਯਾਦ ਰੱਖਣਾ ਜੀ ਤੁਸੀਂ, ਕਾਲੀ ਮਿੱਟੀ ਰਾਈਟ ਆਨਸਰ ਹੋ ਜਾਏਗਾ ਜੀ ਇਸਦਾ। ਤਾਂ ਅੱਗੇ ਨੈਕਸਟ ਹੈ ਜੀ, ਰੇਗੂਰ ਮਿੱਟੀ ਦਾ ਦੂਸਰਾ ਨਾਮ ਕੀ ਹੈ? ਤਾਂ ਇਸ ਦਾ ਰਾਈਟ ਆਨਸਰ ਹੋਵੇਗਾ ਜੀ ਸੀ ਹੋ ਜਾਏਗਾ ਜੀ ਜੋ ਰੇਗੂਰ ਮਿੱਟੀ ਹੈ ਜੀ, ਇਸ ਦਾ ਦੂਸਰਾ ਨਾਮ ਕਾਲੀ ਮਿੱਟੀ ਨੂੰ ਕਿਹਾ ਜਾਂਦਾ ਜੀ ਰੇਗੂਰ ਮਿੱਟੀ। ਤਾਂ ਤੁਸੀਂ ਯਾਦ ਰੱਖਣਾ ਜੀ ਵੀ। ਅੱਗੇ ਨੈਕਸਟ ਕਰਦੇ ਹਾਂ,
ਰੈਗੂਰ ਮਿੱਟੀ ਕਿਸ ਰਾਜ ਵਿੱਚ ਸਭ ਤੋਂ ਵੱਧ ਪਾਈ ਜਾਂਦੀ ਹੈ? ਤਾਂ ਇਸ ਦਾ ਰਾਈਟ ਆਨਸਰ ਹੋਵੇਗਾ ਜੀ ਡੀ ਹੋ ਜਾਏਗਾ ਜੀ, ਮਹਾਰਾਸ਼ਟਰ ਵਿੱਚ ਹੈ ਜੋ ਰੈਗੂਰ ਮਿੱਟੀ, ਕਾਲੀ ਮਿੱਟੀ ਸਭ ਤੋਂ ਜ਼ਿਆਦਾ ਪਾਈ ਜਾਂਦੀ ਹੈ ਜੀ, ਯਾਦ ਰੱਖਣਾ। ਤਾਂ ਅੱਗੇ ਨੈਕਸਟ ਕਰਦੇ ਹਾਂ ਜੀ, ਮਾਲਵਾ ਦਾ ਪਠਾਰ ਕਿਸ ਮਿੱਟੀ ਲਈ ਪ੍ਰਸਿੱਧ ਹੈ? ਤਾਂ ਇਹ ਵੀ ਤੁਸੀਂ ਯਾਦ ਰੱਖਣਾ, ਜੋ ਮਾਲਵਾ ਦਾ ਪਠਾਰ ਹੈ ਜੀ ਕਿਸ ਮਿੱਟੀ ਲਈ ਪ੍ਰਸਿੱਧ ਹੈ ਜੀ? ਤਾਂ ਇਹਦਾ ਰਾਈਟ ਆਨਸਰ ਹੋ ਜਾਏਗਾ ਜੀ ਡੀ, ਕਾਲੀ ਮਿੱਟੀ ਲਈ ਪ੍ਰਸਿੱਧ ਹੈ ਜੀ। ਇਹ ਵੀ ਬਹੁਤ ਇੰਪੋਰਟੈਂਟ ਕੁਐਸਚਨ ਹੈ ਜੀ। ਤਾਂ ਅੱਗੇ ਨੈਕਸਟ ਕਰਾਂਗੇ, ਕਿਸੇ ਮਿੱਟੀ ਦਾ ਪੀਲਾ ਰੰਗ ਕਿਸ ਕਾਰਨ ਹੁੰਦਾ ਹੈ? ਤਾਂ ਇਹ ਵੀ ਯਾਦ ਰੱਖਣਾ ਜੀ ਤੁਸੀਂ, ਇੰਪੋਰਟੈਂਟ ਹੈ ਜੀ। ਕੀ ਹੋ ਜਾਏਗਾ ਜੀ ਇਹਦਾ ਰਾਈਟ ਆਨਸਰ? ਤਾਂ ਇਸਦਾ ਰਾਈਟ ਆਨਸਰ ਹੋ ਜਾਏਗਾ ਜੀ ਏ, ਫੈਰਿਕ ਆਕਸਾਈਡ। ਜੋ ਫੈਰਿਕ ਆਕਸਾਈਡ ਹੁੰਦਾ ਜੀ, ਇਸ ਦੇ ਕਾਰਨ ਜੀ ਜੋ ਮਿੱਟੀ ਦਾ ਪੀਲਾ ਰੰਗ ਹੁੰਦਾ ਜੀ, ਯਾਦ ਰੱਖਣਾ। ਤਾਂ ਅੱਗੇ ਨੈਕਸਟ ਕਰਦੇ ਹਾਂ, ਮਿੱਟੀ ਦਾ ਲਾਲ ਰੰਗ ਕਿਸ ਕਾਰਨ ਹੁੰਦਾ ਹੈ? ਤਾਂ ਇਸ ਦਾ ਰਾਈਟ ਆਨਸਰ ਹੋ ਜਾਏਗਾ ਜੀ ਬੀ, ਜੋ ਆਇਰਨ ਆਕਸਾਈਡ ਹੁੰਦਾ ਜੀ, ਇਸ ਦੇ ਕਾਰਨ ਮਿੱਟੀ ਦਾ ਜੋ ਹੁੰਦਾ ਜੀ ਲਾਲ ਰੰਗ ਹੋ ਜਾਂਦਾ ਜੀ। ਤਾਂ ਲਾਲ ਰੰਗ ਹੁੰਦਾ ਜੀ ਆਇਰਨ ਆਕਸਾਈਡ ਦੇ ਕਾਰਨ। ਤਾਂ ਅੱਗੇ ਨੈਕਸਟ ਹੈ, ਮਿੱਟੀ ਦਾ ਖਾਰਾਪਣ ਕਿਵੇਂ ਘੱਟ ਕੀਤਾ ਜਾਂਦਾ ਹੈ? ਤਾਂ ਇਹਦਾ ਰਾਈਟ ਆਨਸਰ ਹੋਵੇਗਾ ਜੀ ਸੀ ਹੋ ਜਾਏਗਾ ਜੀ, ਜਿਪਸਮ ਮਿਲਾ ਕੇ। ਤਾਂ ਜੋ ਮਿੱਟੀ ਦਾ ਖਾਰਾਪਣ ਆ ਉਹ ਦੂਰ ਕੀਤਾ ਜਾਂਦਾ ਜੀ, ਘੱਟ ਕੀਤਾ ਜਾਂਦਾ ਜਾਂ। ਤਾਂ ਅੱਗੇ ਨੈਕਸਟ ਕਰਾਂਗੇ, ਲੈਟੇਰਾਈਟ ਮਿੱਟੀ ਭਾਰਤ ਵਿੱਚ ਮੁੱਖ ਰੂਪ ਵਿੱਚ ਕਿੱਥੇ ਮਿਲਦੀ ਹੈ? ਤਾਂ ਇਸਦਾ ਰਾਈਟ ਆਨਸਰ ਹੋਵੇਗਾ ਜੀ ਇਹ ਹੋ ਜਾਏਗਾ ਜੀ ਮਾਲਾਬਾਰ ਤੱਟ। ਤਾਂ ਜੋ ਲੈਟੇਰਾਈਟ ਮਿੱਟੀ ਹੈ ਭਾਰਤ ਵਿੱਚ ਮੁੱਖ ਰੂਪ ਵਿੱਚ ਮਾਲਾਬਾਰ ਤੱਟ ਉੱਤੇ ਮਿਲਦੀ ਹੈ ਜੀ। ਤਾਂ ਅੱਗੇ ਨੈਕਸਟ ਕਰਾਂਗੇ, ਪੌਦਿਆਂ ਨੂੰ ਸਭ ਤੋਂ ਵੱਧ ਪਾਣੀ ਕਿਸ ਪ੍ਰਕਾਰ ਦੀ ਮਿੱਟੀ ਤੋਂ ਪ੍ਰਾਪਤ ਹੁੰਦਾ ਹੈ? ਤਾਂ ਇਸਦਾ ਰਾਈਟ ਆਨਸਰ ਹੋਵੇਗਾ ਜੀ ਸੀ ਹੋ ਜਾਏਗਾ ਜੀ, ਜੋ ਚੀਕਣੀ ਮਿੱਟੀ ਹੁੰਦੀ ਹੈ ਜੀ, ਇਸ ਤੋਂ ਪੌਦਿਆਂ ਨੂੰ ਸਭ ਤੋਂ ਵੱਧ ਪਾਣੀ ਮਿਲਦਾ ਜੀ, ਇਸ ਤੋਂ ਚੀਕਣੀ ਮਿੱਟੀ। ਇਸਦਾ ਰਾਈਟ ਆਨਸਰ ਹੋ ਜਾਏਗਾ। ਤਾਂ ਅੱਗੇ ਨੈਕਸਟ ਕਰਾਂਗੇ, ਮਿੱਟੀ ਦੀ ਉਪਜਾਊ ਸ਼ਕਤੀ ਵਧਾਉਣ ਲਈ ਕਿਹੜੀਆਂ ਫਸਲਾਂ ਉਗਾਈਆਂ ਜਾਂਦੀਆਂ ਹਨ? ਤਾਂ ਇਹਦਾ ਰਾਈਟ ਆਨਸਰ ਹੋ ਜਾਏਗਾ ਜੀ ਸੀ, ਮਿੱਟੀ ਦੀ ਜੋ ਉਪਜਾਊ ਸ਼ਕਤੀ ਨੂੰ ਵਧਾਉਣ ਲਈ ਦਾਲਾਂ ਵਾਲੀਆਂ ਫਸਲਾਂ ਉਗਾਈਆਂ ਜਾਂਦੀਆਂ, ਯਾਦ ਰੱਖਣ ਦੀ, ਦਾਲਾਂ ਵਾਲੀਆਂ ਫਸਲਾਂ। ਇਹਦਾ ਰਾਈਟ ਆਨਸਰ ਹੋ ਜਾਏਗਾ। ਤਾਂ ਅੱਗੇ ਨੈਕਸਟ ਕਰਦੇ ਹਾਂ, ਚਾਹ ਦੇ ਬਾਗਾਂ ਲਈ ਕਿਹੜੀ ਮਿੱਟੀ ਲਾਹੇਵੰਦ ਹੈ? ਇਹ ਵੀ ਬਹੁਤ ਇੰਪੋਰਟੈਂਟ ਕੁਐਸਚਨ ਹੈ ਜੀ, ਪੁੱਛਿਆ ਗਿਆ ਜੀ ਇਹ ਵੀ। ਤਾਂ ਇਸਦਾ ਰਾਈਟ ਆਨਸਰ ਹੋਵੇਗਾ ਜੀ ਚਾਹ ਦੇ ਬਾਗਾਂ ਲਈ ਲੈਟੇਰਾਈਟ ਮਿੱਟੀ ਹੈ ਜੋ ਇਹ ਬਹੁਤ ਹੀ ਜ਼ਿਆਦਾ ਲਾਹੇਵੰਦ ਹੁੰਦੀ ਹੈ ਜੀ, ਯਾਦ ਰੱਖਣਾ। ਤਾਂ ਅੱਗੇ ਨੈਕਸਟ ਕਰਾਂਗੇ, ਤੇਜ਼ਾਬੀ ਮਿੱਟੀ ਨੂੰ ਖੇਤੀਯੋਗ ਬਣਾਉਣ ਲਈ ਕੀ ਮਿਲਾਇਆ ਜਾਂਦਾ ਹੈ? ਤਾਂ ਇਸਦਾ ਰਾਈਟ ਆਨਸਰ ਹੋਵੇਗਾ ਜੀ, ਜੋ ਤੇਜ਼ਾਬੀ ਮਿੱਟੀ ਹੁੰਦੀ ਹੈ ਉਸ ਨੂੰ ਖੇਤੀਯੋਗ ਬਣਾਉਣ ਲਈ ਇਸ ਵਿੱਚ ਕੀ ਮਿਲਾਇਆ ਜਾਂਦਾ ਜੀ? ਚੂਨਾ। ਚੂਨਾ ਇਸਦਾ ਰਾਈਟ ਆਨਸਰ ਹੋ ਜਾਏਗਾ ਜੀ। ਤਾਂ ਅੱਗੇ ਨੈਕਸਟ ਕਰਾਂਗੇ, ਮਿੱਟੀ ਦੇ ਖੁਰਨ ਦੀ ਪ੍ਰਕਿਰਿਆ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ? ਤਾਂ ਇਸ ਦਾ ਰਾਈਟ ਆਨਸਰ ਕੀ ਹੋਵੇਗਾ ਜੀ? ਤਾਂ ਜੋ ਮਿੱਟੀ ਦੀ ਜੋ ਖੁਰਨ ਦੀ ਪ੍ਰਕਿਰਿਆ ਹੁੰਦੀ ਹੈ ਜੀ, ਇਸ ਨੂੰ ਜੋ ਵੱਟਾਂ ਬਣਾ ਕੇ ਜਾਂ ਦਰਖਤ ਲਗਾ ਕੇ ਜਾਂ ਪਾਣੀ ਖੜਾ ਕੇ, ਇਹਨਾਂ ਸਾਰਿਆਂ ਨਾਲ ਹੀ ਰੋਕਿਆ ਜਾ ਸਕਦਾ ਜੀ। ਤਾਂ ਇਹਦਾ ਰਾਈਟ ਆਨਸਰ ਹੋ ਜਾਏਗਾ ਜੀ ਉਪਰੋਕਤ ਸਾਰੇ ਡੀ ਹੋ ਜਾਏਗਾ ਜੀ। ਤਾਂ ਯਾਦ ਰੱਖਣਾ ਜੀ ਤੁਸੀਂ। ਤਾਂ ਇਹ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਜੀ। ਤਾਂ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ। ਜਿਨ੍ਹਾਂ ਵਿਦਿਆਰਥੀਆਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣ ਅਤੇ ਘੰਟੀ ਵਾਲੇ ਬਟਨ ਨੂੰ ਵੀ ਜ਼ਰੂਰ ਦਬਾ ਲੈਣ, ਤਾਂ ਕਿ ਜੋ ਆਉਣ ਵਾਲੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ। ਤਾਂ ਧੰਨਵਾਦ ਜੀ।